बुद्ध प्रभ तुच्छ हमारी, वर्ण सकै महिमा जो तिहारी। हम न सकत कर सिफत तुम्हारी, आप लिहो तुम कथा सुधारी। एक ओंकार सतगुर प्रसादे, राग गौड़ी महला नामा। साधो मन का मान त्यागो, काम क्रोध संगत दुर्जन की, तांते अहनिस भागो रहाओ। सुख दुख दोनों सम कर जानै, और मान अपमाना। हरख सोग ते रहे अतीता, तिन जग तत पछाना। उस्तत निंदा दो त्यागै, खोजै पद निर्बाना। जन नानक एहो खेल कठिन है, किन्हु गुरमुख जाना। उस्तत निंदा दो त्यागै, खोजै पद निर्बाना। जन नानक एहो खेल कठिन है, किन्हु गुरमुख जाना। वाहिगुरु जी का खालसा, वाहिगुरु जी की फतेह। सन्मानयोग साध संगत जी, आप वडभागी हो जो धन गुरु ग्रंथ साहिब महाराज जी की पावन पवित्र हजूरी विखे हाजरी भर के अपने जन्म नूं सफल अते समय दा संपूर्ण लाहा प्राप्त कर रहे हो। धन सतगुरु गुरु ग्रंथ साहिब महाराज जी दसां ही पातशाहियां दी जोत, जोत रूप हर आप गुरु नानक कहायो। ज्योति स्वरूप परमेश्वर अकाल पुरख वाहिगुरु ने ही अपना मनुखी तन धारिया जगत जीवां दी कल्याण करन वास्ते। गुरु नानक देव महाराज जी दी नौवीं जोत धन श्री गुरु तेग बहादुर हिंद दी चादर सतगुरु जी का उचारण किया होया शब्द आप जी नूं सरवण करवाया है। धन गुरु तेग बहादुर महाराज जी की महिमा दसम महाराज जी ने भी बचित्र नाटक विच वर्णन की है अते गुरुदेव महाराज जी ने उन्हां दा सानी उन्हां दे मुकाबले दा किसी दूजे नूं नहीं दस्या, क्योंकि गुरु तेग बहादुर महाराज जी ने धर्म वास्ते अपना तन कुर्बान किया। धर्म हेत साका जिन किया, शीस दिया पर सिर ना दिया। धर्म वास्ते सतगुरु जी ने साका शहादत दिल्ली विखे कुर्बानी की, जिस दी दास्तान बड़ी लंबी है।
ਸ਼ਬਦ ਦੇ ਅੱਖਰਾਂ ਨੂੰ ਪਹਿਲੇ ਵਿਚਾਰ ਲਈਏ, ਨਹੀਂ ਤਾਂ ਸ਼ਬਦ ਵਿੱਚ ਹੀ ਰਹਿ ਜਾਵੇਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਤੋਂ ਆਰੰਭ ਹੁੰਦੀ ਹੈ। ਗੌੜੀ ਰਾਗ ਦਾ ਪਹਿਲਾ ਸ਼ਬਦ ਮੈਂ ਆਪ ਜੀ ਨੂੰ ਸਰਵਣ ਕਰਵਾਇਆ ਹੈ। ਪਹਿਲੇ ਮੰਗਲਾ ਚਰਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਅਕਾਲ ਪੁਰਖ ਇੱਕ ਹੈ, ਜਿਸ ਦੇ ਨਾਮ ਅਨੰਤ ਹਨ। ਸ੍ਰੀ ਜਾਪ ਸਾਹਿਬ ਵਿੱਚ ਅਕਾਲ ਪੁਰਖ ਦਾ 1000 ਨਾਮ ਲਿਖਿਆ ਹੈ। ਇਸ ਕਰਕੇ ਇਸ ਬਾਣੀ ਨੂੰ ਅਕਾਲ ਅਸਤੋਤਰ ਵੀ ਵਰਣਨ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦੂਸਰੀ ਬਾਣੀ ਦਸਮ ਗ੍ਰੰਥ ਦੇ ਆਰੰਭ ਅੰਦਰ ਅਕਾਲ ਉਸਤਤ ਹੈ, ਜਿਸ ਵਿੱਚੋਂ 10 ਸਵਈਏ ਹਰ ਰੋਜ਼ ਗੁਰਸਿੱਖ ਨਿਤਨੇਮ ਨਾਲ ਪੜ੍ਹਦਾ ਹੈ। ਸਰਾਵਗ ਸੁਧ ਸਮੂਹ ਸੁਧਾਨ ਕੇ। ਸਾਰੇ ਧਰਮਾਂ ਦਾ ਨਿਚੋੜ ਕੱਢ ਕੇ ਸਤਿਗੁਰੂ ਜੀ ਨੇ ਦੱਸ ਦਿੱਤਾ ਕਿ ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਸਮਗਰ ਸੰਸਾਰ ਕੂਰ ਦੀ ਕਿਰਿਆ ਵਿੱਚ ਉਲਝਿਆ ਹੋਇਆ ਹੈ। ਜੇ ਕੋਈ ਮਹਾਂਪੁਰਸ਼ ਕੱਢਣ ਦਾ ਯਤਨ ਵੀ ਕਰਦਾ ਹੈ ਤਦ ਵੀ ਸਾਰੇ ਨਹੀਂ ਨਿਕਲਦੇ। ਐਵੇਂ ਉਂਗਲਾਂ ਤੇ ਗਿਣਨ ਜੋਗੇ ਹਨ ਜੋ ਸੱਚ ਨਾਲ ਜੁੜਦੇ ਹਨ। ਸਾਡਾ ਸੁਭਾਅ ਹੀ ਬਣ ਗਿਆ ਹੈ ਉਹਨਾਂ ਸੰਸਕਾਰਾਂ ਵਿੱਚ ਜਿਉਣ ਦਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਅਵਤਾਰ ਪ੍ਰਗਟ ਕਰਕੇ ਜਿਸ ਕੰਮ ਵਾਸਤੇ ਆਏ ਨੇ ਉਹ ਕੰਮ ਆਰੰਭਿਆ ਹੈ। ਗੁਰੂ ਪਾਤਸ਼ਾਹ ਜੀ ਦੇ ਪਾਸ ਬਹੁਤੀਆਂ ਫੌਜਾਂ, ਬੰਦੂਕਾਂ, ਤੋਪਾਂ, ਟੈਂਕ ਨਹੀਂ ਸਨ। ਕੇਵਲ ਨਾਮ ਦੇ ਆਸਰੇ ਨਾਲ ਹਰ ਮੈਦਾਨ ਗੁਰੂ ਦੀ ਫਤਿਹ ਹੋਈ। ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਕਿੰਨੇ ਕੁ ਜੀਵਾਂ ਨੂੰ ਜੋੜਿਆ, ਇਸ ਦੀ ਗਿਣਤੀ ਨਹੀਂ ਲੱਗ ਸਕਦੀ। ਕਿਸੇ ਕਵੀ ਨੇ ਲਿਖਿਆ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਣਾਤ ਹੈ। ਆਕਾਸ਼ ਦੇ ਤਾਰੇ ਬੇਸ਼ੱਕ ਕੋਈ ਗਿਣ ਲਵੇ ਤੇ ਗਿਣੀ ਲਵੇ, ਗਿਣੇ ਉਹ ਵੀ ਨਹੀਂ ਜਾਂਦੇ। ਪਰ ਗੁਰੂ ਮਹਾਰਾਜ ਜੀ ਦੇ ਤਾਰੇ ਹੋਏ ਸਿੱਖਾਂ ਦੀ ਗਿਣਤੀ ਕੌਣ ਲਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦੇ ਕਾਲ ਅੰਦਰ ਕਿੰਨੇ ਸਿੱਖ ਬਣੇ। ਵੱਖ ਵੱਖ ਮਤ ਉਦੋਂ ਵੀ ਸਨ। ਇਸਲਾਮ ਧਰਮ ਸੀ, ਹਿੰਦੂ ਧਰਮ ਸੀ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਸੁਣਿਆ ਅਤੇ ਮੰਨਿਆ, ਉਹਨਾਂ ਦਾ ਨਾਮ ਸਿੱਖ ਹੈ। ਸਿੱਖਾਂ ਦੇ ਘਰ ਵਿੱਚ ਜਨਮ ਲੈਣ ਨਾਲ ਹੀ ਸਿੱਖ ਨਹੀਂ ਬਣ ਜਾਈਦਾ। ਵੈਸੇ ਸਾਡੀ ਧਾਰਨਾ ਹੈ, ਚੰਗੀ ਹੈ, ਇਹ ਸਿੱਖਾਂ ਦਾ ਪੁੱਤਰ ਹੈ ਤੇ ਉਹਦੇ ਲਈ ਜ਼ਰੂਰੀ ਹੈ ਸਿੱਖ ਬਣਨਾ। ਕਈਆਂ ਘਰਾਂ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਸਿੱਖੀ ਤੁਰੀ ਆਉਂਦੀ ਹੈ, ਸੀਨਾ ਬਸੀਨਾ, ਪੀੜ੍ਹੀ ਦਰ ਪੀੜ੍ਹੀ। ਉਹਨਾਂ ਵਿੱਚ ਕਈ ਤਰੱਕੀ ਕਰ ਜਾਂਦੇ ਨੇ, ਕਈ ਪਛੜ ਜਾਂਦੇ ਨੇ। ਕਿਸੇ ਦੇ ਬਾਪ ਨੇ ਸਿੱਖੀ ਕਮਾਈ ਹੈ, ਪੁੱਤਰ ਸਿੱਖੀ ਦੇ ਵਿਰੁੱਧ ਹੋ ਗਿਆ। ਕਿਸੇ ਦਾ ਬਾਪ ਸਿੱਖੀ ਤੋਂ ਬਹੁਤ ਦੂਰ ਸੀ, ਪੁੱਤਰ ਦੇ ਭਾਗ ਜਾਗ ਆਏ, ਉਹ ਸਿੱਖੀ ਦੇ ਮੈਦਾਨ ਵਿੱਚ ਝੰਡਾ ਅੱਗੇ ਲੈ ਗਿਆ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਪਰੰਤੂ ਉਸ ਦੇ ਨਾਮ ਅਨੇਕਾਂ ਹਨ। ਉਹਨਾਂ ਦੀ ਅੱਜ ਤੱਕ ਕੋਈ ਗਿਣਤੀ ਨਹੀਂ ਕਰ ਸਕਿਆ। ਉਹਨਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾਂਦੀ ਹੈ, ਕਿਉਂਕਿ ਮਾਤਾ ਪਿਤਾ ਪੁੱਤਰ ਦਾ ਨਾਮ ਰੱਖਦੇ ਹਨ। ਇੱਕ ਨਾਮ ਦੀ ਚੋਣ ਮਾਪੇ ਚਾਅ ਨਾਲ ਵੀ ਕਰ ਲੈਂਦੇ ਨੇ। ਇੱਕ ਅਸੀਂ ਧਰਮ ਦਾ ਸੰਸਕਾਰ ਕਰਕੇ ਉਸ ਦਾ ਅਸਲੀ ਨਾਮ ਰੱਖਦੇ ਹਾਂ। ਜਿਵੇਂ ਸਿੱਖ ਧਰਮ ਅਨੁਸਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵਾਕ ਲੈ ਕੇ
ਜਿਹੜਾ ਪਹਿਲੇ ਅੱਖਰ ਆਵੇ ਉਹਦੇ ਤੋਂ ਨਾਮ ਰੱਖਿਆ ਜਾਂਦਾ ਹੈ, ਜਾਂ ਅੰਮ੍ਰਿਤ ਸੰਸਕਾਰ ਕਰਨ ਲੱਗਿਆਂ ਜਿਸ ਨੇ ਅੱਗੇ ਗੁਰੂ ਗ੍ਰੰਥ ਸਾਹਿਬ ਤੋਂ ਨਾਂ ਨਾ ਰੱਖਿਆ ਹੋਵੇ ਉਹ ਵੀ ਆਪਣਾ ਨਵਾਂ ਨਾਮ ਰੱਖ ਲੈਂਦੇ ਨੇ, ਜਾਂ ਮਿੱਤਰ ਦੋਸਤ ਇੱਕ ਅੱਧਾ ਉਪਨਾਮ ਰੱਖ ਲੈਂਦੇ ਹਨ। ਬਹੁਤੇ ਨਾਮ ਨਹੀਂ ਹੁੰਦੇ ਇੱਕ ਮਨੁੱਖ ਦੇ, ਪਰ ਇੱਕੋ ਇੱਕ ਪਰਮੇਸ਼ਰ ਹੈ ਜਿਸ ਦੇ ਨਾਵਾਂ ਦਾ ਅੱਜ ਤੱਕ ਅੰਤ ਨਹੀਂ ਆਇਆ, ਉਸ ਦੀਆਂ ਥਾਵਾਂ ਦਾ ਵੀ ਅੰਤ ਨਹੀਂ ਆਇਆ। ਅਸੰਖ ਨਾਭ ਅਸੰਖ ਥਾਵ, ਅਣਗਿਣਤ ਉਸ ਦੇ ਨਾਮ ਹਨ, ਅਣਗਿਣਤ ਉਸ ਦੇ ਰਹਿਣ ਦੇ ਟਿਕਾਣੇ ਹਨ। ਉਹਨਾਂ ਵਿੱਚੋਂ ਇੱਕ ਓੰਕਾਰ ਵੀ ਪਰਮੇਸ਼ਰ ਦਾ ਨਾਮ ਹੈ। ਦਸਮ ਮਹਾਰਾਜ ਜੀ ਫਰਮਾਉਂਦੇ ਕਿ ਜਗਤ ਦੀ ਉਤਪਤੀ ਦਾ ਕਾਰਨ ਹੀ ਓੰਕਾਰ ਹੈ। ਓੰਕਾਰ ਸ਼ਬਦ ਦੇ ਉਚਾਰਨ ਤੋਂ ਸਾਰਾ ਬ੍ਰਹਿਮੰਡ ਬਣਿਆ। ਇਸਲਾਮ ਵਾਲਿਆਂ ਦੀ ਇਹ ਧਾਰਨਾ ਹੈ ਕਿ ਕੁਨ ਸ਼ਬਦ ਦੇ ਕਹਿਣ ਤੋਂ ਸਾਰਾ ਜਗਤ ਵਜੂਦ ਵਿੱਚ ਆਇਆ। ਬਹੁਤੇ ਮਤਾਂ ਦੇ ਖਿਆਲ ਦੀ ਰਿਸਰਚ ਕਰਨ ਦੇ ਬਾਅਦ ਮਨੁੱਖ ਇਸ ਨਤੀਜੇ ਤੇ ਪਹੁੰਚਦਾ ਹੈ ਕਿ ਸ਼ਬਦ ਤੋਂ ਜਗਤ ਦੀ ਉਤਪਤੀ ਹੈ। ਸ਼ਬਦ ਵਿੱਚ ਬੜਾ ਬਲ ਹੈ। ਸ਼ਬਦ ਗੁਰੂ ਦੇ ਚਰਨੀ ਲਾਉਣ ਲਈ ਗੁਰੂਆਂ ਨੂੰ ਵੀ 10 ਜਾਮੇ ਧਾਰਨ ਕਰਨੇ ਪਏ। ਇਸ ਕਰਕੇ ਅੱਜ ਦਾ ਮਨੁੱਖ ਇੱਕਦਮ ਸਮਝ ਨਹੀਂ ਸਕਦਾ, ਸਮਾਂ ਲੱਗਦਾ ਹੈ। ਅਕਾਲ ਪੁਰਖ ਵਾਹਿਗੁਰੂ ਦੀਆਂ ਵੱਖ-ਵੱਖ ਤਾਕਤਾਂ ਦੀ ਲੋਕ ਪੂਜਾ ਕਰਨ ਲੱਗ ਪਏ। ਕੇਤੇ ਸੂਰ ਚੰਦ ਕੋ ਮਾਨੇ, ਅਗਨਹੋਤਰ ਕਈ ਪਵਨ ਪ੍ਰਮਾਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਓੰਕਾਰ ਦੇ 63 ਭੇਦਾਂ ਨੂੰ ਮੇਟ ਕੇ 7 ਧਰਮਾਂ ਵਾਲਿਆਂ ਨੇ ਉਸ ਦੇ 3-3 ਰੂਪ ਕਲਪੇ ਹਨ। ਇੱਕ ਇੱਕ ਦੇ 3-3 ਰੂਪ ਹਨ। ਸੋ ਇੱਦਾਂ 63 ਭੇਦ ਉਸ ਦੇ ਮੰਨੇ ਸਨ। ਝਗੜਾ ਚੱਲ ਰਿਹਾ ਸੀ। ਸਤਿਗੁਰੂ ਜੀ ਨੇ ਏਕਾ ਲਾ ਕੇ ਓੰਕਾਰ ਤੋਂ ਪ੍ਰਥਮ ਇਸ ਝਗੜੇ ਨੂੰ ਨਿਬੇੜਿਆ ਕਿ ਵਾਸਤਵ ਵਿੱਚ ਪ੍ਰਭੂ ਇੱਕ ਹੀ ਹੈ। ਜਿਵੇਂ ਵੱਖ-ਵੱਖ ਬੋਲੀਆਂ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਇੱਕ ਚੀਜ਼ ਦੇ ਵੱਖਰੇ ਵੱਖਰੇ ਨਾਮ ਹਨ, ਤਿਵੇਂ ਜਿੰਨੇ ਵੀ ਪਰਮਾਤਮਾ ਦੇ ਪੁੱਤਰ ਹਨ, ਸੰਤ ਮਹਾਤਮਾ ਜਗਿਆਸੂ ਗੁਰਸਿੱਖ, ਉਹ ਆਪਣੀ ਆਪਣੀ ਧਾਰਨਾ ਨਾਲ ਪਰਮਾਤਮਾ ਦੇ ਵੱਖਰੇ ਵੱਖਰੇ ਨਾਮ ਰੱਖੀ ਬੈਠੇ ਹਨ। ਅਗਾਮੀ ਰੱਖਦੇ ਰਹਿਣਗੇ। ਕਿਸੇ ਵੀ ਨਾਮ ਨਾਲ ਉਸ ਨੂੰ ਯਾਦ ਕਰੋ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਤਾਂ ਬੇਅੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਹੀ ਮੌਜੂਦ ਹਨ। ਹਰੀ ਹੈ, ਰਾਮ ਹੈ, ਗੋਬਿੰਦ ਹੈ, ਨਾਰਾਇਣ ਹੈ, ਪ੍ਰਭੂ ਹੈ। ਸਹੰਸਰਨਾਮੇ ਵਿੱਚ ਵੀ ਬੇਅੰਤ ਨਾਮ ਆਏ ਹਨ। ਸਿੱਖਾਂ ਨੇ ਪ੍ਰਾਰਥਨਾ ਕੀਤੀ, ਮਹਾਰਾਜ ਅਸੀਂ ਕਿਹੜੇ ਨਾਮ ਨਾਲ ਉਸ ਨੂੰ ਯਾਦ ਕਰੀਏ? ਤਾਂ ਪੰਚਮ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਕਿ ਜੋ ਭਾਈ ਤੁਹਾਨੂੰ ਗੁਰੂ ਤੋਂ ਨਾਮ ਮਿਲਿਆ ਹੈ, ਉਸ ਨਾਮ ਨਾਲ ਉਸ ਨੂੰ ਯਾਦ ਕਰੋ। ਉਸ ਨਾਮ ਨੂੰ ਉਹ ਹੀ ਜਾਣ ਸਕਦਾ ਹੈ ਜੋ ਗੁਰੂ ਵਾਲਾ ਹੋਵੇ, ਅਤੇ ਉਸੇ ਦਾ ਹੀ ਉਹ ਜਪਿਆ ਹੋਇਆ ਨਾਮ ਪ੍ਰਭੂ ਤੱਕ ਪਹੁੰਚਾਉਣ ਲਈ ਕਾਰਗਰ ਹੈ। ਦੂਸਰੇ ਮਨੁੱਖ ਵੀ ਜਪ ਲੈਣ, ਨੁਕਸਾਨ ਤਾਂ ਕੋਈ ਨਹੀਂ, ਪਰ ਸੰਪੂਰਨ ਲਾਭ ਪ੍ਰਾਪਤ ਨਹੀਂ ਹੋਵੇਗਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਨਾਲ ਜੁੜ ਕੇ ਜਗਤ ਜੀਵਾਂ ਦੀ ਕਲਿਆਣ ਵਾਸਤੇ ਜੋ 4 ਅੱਖਰਾਂ ਦਾ ਗੁਰਮੰਤਰ ਦਿੱਤਾ ਹੈ, ਭਾਈ ਗੁਰਦਾਸ ਜੀ ਨੇ ਇਸ ਨੂੰ ਸਪਸ਼ਟ ਕਰ ਦਿੱਤਾ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਧੰਨ ਗੁਰਮੁਖ ਹਨ ਜਿਨ੍ਹਾਂ ਨੇ ਇਸ ਨਾਮ ਨੂੰ ਜਪਿਆ ਹੈ ਅਤੇ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਲਿਆ। ਇਸ ਦੀ ਬੜੀ ਲੰਬੀ ਵਿਆਖਿਆ ਹੈ। ਇੱਕ ਓੰਕਾਰ ਦੇ ਵਿੱਚ ਵਾਹਿਗੁਰੂ ਲੁਕਿਆ ਹੋਇਆ ਹੈ, ਪ੍ਰਗਟ ਨਹੀਂ, ਗੋਜ ਰੂਪ ਵਿੱਚ। ਮੂਲ ਮੰਤਰ ਜਿਹੜਾ ਹੈ ਉਹਦੇ ਵਿੱਚ ਹੀ ਵਾਹਿਗੁਰੂ ਗੁਰਮੰਤਰ ਹੈ।
ਵਾਹਿਗੁਰੂ ਗੁਰਮੰਤਰ ਦਾ ਜਪ ਅਤੇ ਮੂਲ ਮੰਤਰ ਦਾ ਜਪ ਪ੍ਰਭੂ ਨੂੰ ਪ੍ਰਗਟ ਕਰਨ ਵਿੱਚ ਬੜੇ ਸਹਾਇਕ ਹਨ। ਇਹਨਾਂ ਦਾ ਜਪ ਮਹਾਂਪੁਰਸ਼ ਕਰਦੇ ਆਏ ਹਨ, ਹੁਣ ਵੀ ਕਰਦੇ ਨੇ, ਅਗਾਂਹ ਵੀ ਕਰਦੇ ਰਹਿਣਗੇ। ਉਸ ਮੰਗਲ ਨੂੰ ਛੋਟਾ ਕਰਕੇ ਗੁਰੂ ਅਰਜਨ ਦੇਵ ਜੀ ਨੇ ਇੱਕ ਓੰਕਾਰ ਸਤ ਸदैवी ਰਹਿਣ ਵਾਲਾ ਤਿੰਨ ਕਾਲ ਆਬਾਦ ਰੂਪ ਅਤੇ ਅਖੀਰ ਤੇ ਆਇਆ ਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹਨੂੰ ਕਹਿੰਦੇ ਕੜਾਏ ਕੁੰਡਲ ਨਿਆਏ। ਨਿਆਏ ਕਈ ਹਨ, ਜਿਨ੍ਹਾਂ ਵਿੱਚੋਂ ਜਿਵੇਂ ਦੇਲੀ ਦੀਪਕ ਨਿਆਏ ਹੈ, ਕੜਾਏ ਕੁੰਡਲ ਨਿਆਏ ਹੈ। ਕੜਾਈ ਦੇ ਦੋ ਕੁੰਡਿਆਂ ਤੋਂ ਪਕੜ ਕੇ ਕੜਾਈ ਨੂੰ ਚੁੱਲ੍ਹੇ ਤੋਂ ਹੇਠਾਂ ਲਾ ਲਈਦਾ। ਇਸੇ ਤਰ੍ਹਾਂ ਇਸ ਮੂਲ ਮੰਤਰ ਦਾ ਮੁੱਢ ਇੱਕ ਓੰਕਾਰ ਸਤ ਅਤੇ ਅੰਤ ਗੁਰ ਪ੍ਰਸਾਦ ਨੂੰ ਇਕੱਠਿਆਂ ਕਰ ਦਿੱਤਾ ਤੇ ਬਣ ਗਿਆ ਸਤਿਗੁਰ ਪ੍ਰਸਾਦ। ਸਤ ਸ਼ਬਦ ਪਹਿਲੇ ਦਾ ਹੈ, ਗੁਰ ਬਾਅਦ ਦਾ ਹੈ। ਬਾਕੀ ਦਾ ਸਾਰਾ ਮੂਲ ਮੰਤਰ ਵੀ ਇਹਦੇ ਵਿੱਚ ਹੀ ਆ ਜਾਂਦਾ ਹੈ। ਇੰਨੇ ਹੀ ਮੂਲ ਮੰਤਰ ਦਾ ਕੋਈ ਪ੍ਰਾਣੀ ਅਭਿਆਸ ਕਰ ਲਵੇ ਤੇ ਇਹਦੇ ਨਾਲ ਹੀ ਉਹਦਾ ਪਾਰ ਉਤਾਰਾ ਹੋ ਸਕਦਾ ਹੈ। ਬੀਜ ਮੰਤਰ ਸਰਬ ਕੋ ਗਿਆਨ, ਇੱਕ ਓੰਕਾਰ ਜਿਹੜਾ ਸ਼ਬਦ ਹੈ ਇਹ ਬੀਜ ਮੰਤਰ ਹੈ। ਇਕੱਲੇ ਇੱਕ ਓੰਕਾਰ ਦਾ ਹੀ ਅਭਿਆਸ ਕਰਦਾ ਰਵੇ, ਘੱਟ ਤੋਂ ਘੱਟ ਇੱਕ ਵਰਾ ਤੇ ਕਰੇ ਨਾ। ਅਸੀਂ ਚਾਹੁੰਦੇ ਹਾਂ ਵੀ 8 ਦਿਨਾਂ 'ਚ ਹੀ ਬ੍ਰਹਮ ਗਿਆਨੀ ਬਣ ਜਾਈਏ। ਇਹਦੇ ਇੱਕ ਇੱਕ ਸਬਕ ਨੂੰ ਸਾਲਾਂ ਬੱਧੀ ਪਕਾਉਣਾ ਪੈਂਦਾ ਹੈ। ਇੱਕ ਓੰਕਾਰ ਕਰਨ ਦੀ ਉਚਾਰਨ ਦਾ ਸ਼ੁੱਧ ਢੰਗ ਸਿੱਖ ਕੇ ਫਿਰ ਇਸ ਦਾ ਵਾਰ-ਵਾਰ ਜਪ ਕਰਨ ਨਾਲ ਗੁਰੂ ਨਾਨਕ ਦੇਵ ਦੀ ਪ੍ਰਸੰਨਤਾ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਰਾਹੀਂ ਇਹ ਮੰਤਰ ਸਾਨੂੰ ਮਿਲਿਆ ਆਇਆ ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਵਿੱਚੋਂ ਹੈ। ਧੰਨ ਗੁਰੂ ਨਾਨਕ ਦੇਵ ਜੀ ਸੱਚਖੰਡ ਵਿੱਚੋਂ ਲਿਆਏ ਹਨ। ਜਿਨ੍ਹਾਂ ਜਿਨ੍ਹਾਂ ਜੀਵਾਂ ਨੂੰ ਇਹ ਮੰਤਰ ਦੀ ਦਾਤ ਮਿਲ ਗਈ, ਸੰਸਾਰ ਸਾਗਰ ਤੋਂ ਪਾਰ ਹੋ ਗਏ। ਇੱਕ ਵਾਹਿਗੁਰੂ ਹੈ, ਓੰਕਾਰ ਕਹੀਏ, ਜਿਸ ਤੋਂ ਸਾਰਾ ਜਗਤ ਪ੍ਰਗਟ ਹੋਇਆ ਹੈ। ਉਚਾਰਨ ਕੀਤਿਆਂ ਹੀ ਰੱਖਿਆ ਕਰਦਾ ਹੈ, ਕੋਈ ਵੀ ਇਹਦਾ ਉਚਾਰਨ ਕਰੇ। ਸਤ ਕਹੀਏ ਸदैवी ਹੈ। ਗੁਰ ਗੋ ਨਾਮ ਹਨੇਰੇ ਦਾ ਹੈ, ਰੂਹ ਨਾਮ ਪ੍ਰਕਾਸ਼ ਦਾ ਹੈ। ਜੋ ਅਗਿਆਨਤਾ ਦਾ ਹਨੇਰਾ ਮੇਟ ਕੇ ਗਿਆਨ ਕਰਵਾ ਦੇਵੇ ਸੋ ਕਹੀਏ ਗੁਰੂ। ਗੁਰੂ ਕਈ ਤਰ੍ਹਾਂ ਦੇ ਹਨ। ਕਿਸੇ ਕੋਲੋਂ ਊੜਾ ਐੜਾ ਜਾਂ ਅੰਗਰੇਜ਼ੀ ਦੇ ਅੱਖਰ ਸਿੱਖੋ, ਉਹ ਵੀ ਗੁਰੂ। ਜਿਹਦੇ ਕੋਲੋਂ ਹਲ ਵਾਹੁਣਾ ਸਿੱਖੋ, ਦੁਕਾਨ ਕਰਨੀ ਸਿੱਖੋ, ਅਗਲਾ ਕਹਿੰਦਾ ਵੀ ਤੂੰ ਇਹ ਗੁਰ ਚੰਗਾ ਸਿੱਖਿਆ। ਕਿਸੇ ਤੋਂ ਵੀ ਕੋਈ ਸੁਮੱਤ ਲੈਣੀ, ਉਸ ਨੂੰ ਪੁਰਾਣੇ ਸਮੇਂ ਅੰਦਰ ਲੋਕ ਗੁਰੂ ਕਹਿੰਦੇ ਸਨ। ਗੁਰਮਤਿ ਦੀ ਧਾਰਨਾ ਅਨੁਸਾਰ ਗੁਰੂ ਦੇ ਸਿੱਖ ਦਾ ਅੱਜ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਅਤੇ 10 ਪਾਤਸ਼ਾਹੀਆਂ ਹਨ। ਇਹਨਾਂ 11 ਦੀ ਪੂਜਾ, ਸਰਬਲੋ ਦੇ ਵਿੱਚ 12 ਗੁਰੂ ਲਿਖੇ ਨੇ, ਉੱਥੇ 11ਵਾਂ ਗੁਰੂ ਖਾਲਸੇ ਨੂੰ ਲਿਖਿਆ ਹੈ। ਚਮਕੌਰ ਵਿੱਚ 5 ਪਿਆਰਿਆਂ ਨੂੰ ਗੁਰਿਆਈ ਦਿੱਤੀ ਹੈ। ਖਾਲਸਾ ਗੁਰੂ ਹੈ, ਗੁਰੂ ਖਾਲਸਾ ਕਰੂ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ। ਖਾਲਸਾ ਵੀ ਗੁਰੂ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਵੀ ਗੁਰੂ ਹਨ। ਇੱਦਾਂ 12 ਦੀ ਗਿਣਤੀ ਆਈ ਹੈ। ਜਗਤ ਵਿੱਚ 10 ਹੀ ਗੁਰੂ ਪ੍ਰਚਾਰੇ ਗਏ ਹਨ। ਦੇਹ ਧਾਰੀ ਗੁਰੂ 10 ਹਨ ਅਤੇ ਸ਼ਬਦਾਵਤਾਰ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਖਾਲਸਾ ਵੀ ਤਾਂ ਦੇਹ ਧਾਰੀ ਹੀ ਹੈ। ਜਿਹੜੇ 5 ਜਿਉਂਦੇ ਨੇ ਉਹਨਾਂ ਕੋਲੋਂ ਹੀ ਅੰਮ੍ਰਿਤ ਲਿਆ ਜਾਂਦਾ ਹੈ, ਮਰਿਆਂ ਕੋਲੋਂ ਨਹੀਂ। ਭਾਵੇਂ ਉਹਨਾਂ ਦੀ ਸ਼ਕਤੀ ਸਦੀਵ ਕਾਲ ਲਈ ਅਮਰ ਹੈ। ਇਹ ਮਰਿਆਦਾ ਗੁਰੂ ਦਸਮ ਪਾਤਸ਼ਾਹ ਜੀ ਨੇ ਬਣਾਈ ਹੈ।
ਗੋ ਨਾਮ ਹਨੇਰੇ ਦਾ ਹੈ, ਜਿਹੜਾ ਅੰਧਕਾਰ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਸੋ ਕਹੀਏ ਗੁਰੂ, ਪ੍ਰਸਾਦ ਕਹੀਏ ਕਿਰਪਾ। ਉਹਨਾਂ ਪੰਜਾਂ ਵਿੱਚੋਂ ਜੇ ਕਿਸੇ ਉੱਤੇ ਕਿਰਪਾ ਹੋ ਜਾਵੇ ਤਾਂ ਉਸ ਦਾ ਬੇੜਾ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਰਾਗ ਗੌੜੀ ਮਹੱਲਾ ਨਾਵਾਂ। ਗੌੜੀ ਰਾਗ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਬੇਅੰਤ ਸੰਤ ਮੰਡਲੀਆਂ ਰਹਿੰਦੀਆਂ ਨੇ। ਗੁਰੂ ਜੀ ਅੱਜ ਕੱਲ੍ਹ ਵਰਗੇ ਸਿੱਖਾਂ ਵਾਂਗੂ ਨਫ਼ਰਤ ਨਹੀਂ ਸਨ ਕਰਦੇ ਵੀ ਇਹ ਕਿਹੋ ਜਿਹੇ ਬੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋ ਵੀ ਸ਼ਰਧਾ ਨਾਲ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਆਉਂਦਾ ਹੈ, ਉਸ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਂਹ ਪਕੜਦੇ ਹਨ, ਉਸ ਨੂੰ ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਹਨ, ਸੰਸਾਰ ਸਮੁੰਦਰ ਤੋਂ ਪਾਰ ਕਰਦੇ ਹਨ। ਕਈ ਲੋਕ ਇਸ ਗੱਲ ਦੇ ਉੱਤੇ ਸ਼ੰਕਾ ਵੀ ਕਰਦੇ ਨੇ ਕਿ ਦੇਖੋ ਜੀ, ਪਹਿਲੇ ਗੁਰੂ ਕਿਹੜੀ ਰਹਿਤ ਰੱਖਦੇ ਸੀ। ਇਹ ਤੇ 10ਵੇਂ ਪਾਤਸ਼ਾਹ ਦੇ ਟਾਈਮ ਤੋਂ ਹੀ ਗੱਲ ਚੱਲੀ ਨਾ, ਤੇ ਉਹਨਾਂ ਦੇ ਵੀ ਅਨੇਕਾਂ ਸਿੱਖ ਹੋਏ ਨੇ ਪਹਿਲੇ ਗੁਰੂਆਂ ਦੇ, 5ਵੇਂ ਪਾਤਸ਼ਾਹ ਜੀ ਦੇ, ਤੇ ਉਹਨਾਂ ਦਾ ਵੀ ਸੰਸਾਰ ਤੋਂ ਬੇੜਾ ਪਾਰ ਹੋਇਆ ਹੈ। ਕਈਆਂ ਦੇ ਘਰਾਂ ਵਿੱਚ ਸਿੱਖੀ ਚਲੀ ਆਉਂਦੀ ਗੁਰੂ ਨਾਨਕ ਸਾਹਿਬ ਤੋਂ। ਇਸੇ ਪ੍ਰਕਾਰ ਗੁਰੂ ਬਾਕੀ ਜਿੰਨੀਆਂ ਪਾਤਸ਼ਾਹੀਆਂ ਹੋਈਆਂ ਨੇ। ਗਰੀਬ ਨਵਾਜ ਪਾਤਸ਼ਾਹ ਜੀ ਦਾ ਰਾਜ ਜਿਉਂ-ਜਿਉਂ ਰਾਜਾ ਬਦਲਦਾ ਹੈ, ਜਿਹੜਾ ਰਾਜਾ ਗੱਦੀ ਤੇ ਬਵੇ ਉਸੇ ਦਾ ਹੁਕਮ ਹਾਸਲ ਚੱਲਦਾ ਹੈ। ਕਾਨੂੰਨ ਕਈ ਅੰਗਰੇਜ਼ਾਂ ਦੇ ਬਣੇ ਹੋਏ ਵੀ ਅੱਜ ਇੰਡੀਆ ਵਿੱਚ ਚੱਲ ਰਹੇ ਨੇ। ਕਾਨੂੰਨ ਕਈ ਮੁਗਲਾਂ ਦੇ ਸਮੇਂ ਦੇ ਵੀ ਅਜੇ ਤੱਕ ਚੱਲ ਰਹੇ ਨੇ। ਸਮੇਂ ਅਨੁਸਾਰ ਉਹਦੇ ਵਿੱਚ ਸੋਧ ਵੀ ਕੀਤੀ ਗਈ ਹੈ। ਇਸੇ ਪ੍ਰਕਾਰ ਵੱਖ-ਵੱਖ ਅਸਥਾਨਾਂ 'ਤੇ ਜਿਹੜੇ ਸਥਾਨ ਬਣੇ ਹਨ, ਉਹਨਾਂ ਵਿੱਚ ਮਹਾਂਪੁਰਸ਼ਾਂ ਨੇ ਜੈਸੀ ਲੋੜ ਸਮਝੀ ਤਿਵੇਂ ਮਰਿਆਦਾ ਬਣਾਈ। ਉਹ ਮਰਿਆਦਾ ਅਜੇ ਵੀ ਚੱਲ ਰਹੀ ਹੈ। ਵੱਖ-ਵੱਖ ਥਾਵਾਂ ਦੀ ਮਰਿਆਦਾ ਵੱਖ-ਵੱਖ ਢੰਗਾਂ ਨਾਲ ਅੱਜ ਵੀ ਜਾ ਕੇ ਦੇਖੀ ਜਾ ਸਕਦੀ ਹੈ। ਸ੍ਰੀ ਸ਼ੀਸ਼ਗੰਜ ਸਾਹਿਬ ਸੁਖਮਣੀ ਦਾ ਪਾਠ ਹੁੰਦਾ, ਬੇਅੰਤ ਸੰਗਤ ਹੁੰਦੀ ਹੈ। ਉਹਦੇ ਬਾਅਦ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਜਿੱਥੇ ਭਗਤੀ ਤੇ ਸ਼ਕਤੀ ਨੂੰ ਸਤਿਗੁਰੂ ਨੇ ਇਕੱਠਿਆਂ ਕੀਤਾ। ਸ੍ਰੀ ਹਰਿਮੰਦਰ ਸਾਹਿਬ ਜੋ ਸਮਗਰ ਦੁਨੀਆ ਦੇ ਸਾਰੇ ਲੋਕਾਂ ਦਾ ਇਕੱਠਾ ਧਰਮ ਸਥਾਨ ਹੈ। ਅਕਾਲ ਤਖਤ ਕੇਵਲ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਪੂਜਣਯੋਗ ਸਨਮਾਨਯੋਗ ਜਗ੍ਹਾ ਹੈ, ਜਿੱਥੋਂ ਅੰਮ੍ਰਿਤ ਮਿਲ ਸਕਦਾ। ਅਕਾਲ ਤਖਤ ਤੋਂ ਅੰਮ੍ਰਿਤ ਛਕ ਕੇ ਉਹਦੀਆਂ ਰਹਿਤਾਂ ਕੁਝ ਹੋਰ ਨੇ, ਤੇ ਹਰਿਮੰਦਰ ਸਾਹਿਬ ਤੋਂ ਨਾਮ ਦਾ ਅੰਮ੍ਰਿਤ, ਬਾਣੀ ਦਾ ਅੰਮ੍ਰਿਤ ਬਰਸਦਾ ਹੈ। ਸਰੋਵਰ ਵਿੱਚ ਵੀ ਅੰਮ੍ਰਿਤ ਹੈ, ਪਰ ਉਸ ਦੇ ਗੁਣ ਕੁਝ ਹੋਰ ਹਨ, ਉਧਰ ਕੁਝ ਹੋਰ ਗੁਣ ਹਨ। ਇਹਨਾਂ ਗੱਲਾਂ ਨੂੰ ਕਾਫੀ ਵਿਚਾਰਨਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ, ਸੰਤ ਮੰਡਲੀ ਨੂੰ ਉਪਦੇਸ਼ ਦਿੰਦੇ ਨੇ, ਸਾਧੋ ਸਾਧੋ ਸਾਧ। 300 ਸਾਧ ਸਤਿਗੁਰੂ ਜੀ ਦੇ ਪਾਸ ਰਹਿੰਦਾ ਸੀ, ਜੋ 10ਵੇਂ ਪਾਤਸ਼ਾਹ ਦੇ ਪਾਸ ਵੀ ਰਿਹਾ। ਭਗਾਣੀ ਦੇ ਯੁੱਧ ਦੇ ਸਮੇਂ ਇਹਨਾਂ ਦੀ ਜਦੋਂ ਪਰਖ ਹੋਈ ਤੇ ਦੌੜ ਗਏ, ਇੱਕ ਹੀ ਰਹਿ ਗਿਆ 300 ਚੋਂ। ਮਾਮੇ ਕਿਰਪਾਲ ਚੰਦ ਨੂੰ ਗੁਰੂ ਜੀ ਨੇ ਹੁਕਮ ਕਰ ਦਿੱਤਾ ਕਿ ਕੱਲ੍ਹ ਨੂੰ ਭਗਾਣੀ ਦਾ ਯੁੱਧ ਹੈ, ਤੇ ਇਹਨਾਂ ਮਹਾਂਪੁਰਸ਼ਾਂ ਨੂੰ ਬੇਨਤੀ ਕਰੋ ਵੀ ਸਾਰੇ ਤਿਆਰੀ ਕਰਕੇ ਕੱਲ੍ਹ ਨੂੰ ਖੜੇ ਹੋ ਜਾਣ। ਇਹ ਖਲੋਤੇ ਹੀ ਦਿਸਣਗੇ ਤੇ ਦੁਸ਼ਮਣ ਨੂੰ ਪਤਾ ਲੱਗੂ ਵੀ ਇਹਨਾਂ ਵੱਲ ਵੀ ਹੈਨ ਕੋਈ। ਪਰ ਉਹਨਾਂ ਨੇ ਕਿਹਾ, ਸਾਡਾ ਕੰਮ ਨਿੱਤ ਪੱਕੀ ਰਸੋਈ ਖਾਣੀ, ਰੱਬ ਦੀ ਬੰਦਗੀ ਕਰਨੀ, ਲੜਨਾ ਸਾਡਾ ਕੰਮ ਨਹੀਂ। ਰਾਤੋਂ ਰਾਤ ਸਾਰੇ ਨੱਸ ਗਏ। ਇੱਕ ਰਹਿ ਗਿਆ ਉਹਨਾਂ ਦਾ ਗੁਰੂ ਮਹੰਤ ਕਿਰਪਾਲ ਦਾਸ, ਜਿਸ ਦਾ ਬਚਿੱਤਰ ਨਾਟਕ ਵਿੱਚ ਬਕਾਇਦਾ ਵਰਣਨ ਆਇਆ ਹੈ। ਸਤਿਗੁਰੂ ਜੀ ਨੂੰ ਅੰਮ੍ਰਿਤ ਵੇਲੇ ਖਬਰ ਲੱਗੀ ਕਿ ਸਾਧੂ ਤੇ ਸਾਰੇ ਨੱਸ ਗਏ। ਮਹਾਰਾਜ ਨੇ ਕਿਹਾ, ਕੋਈ ਵੀ ਨਹੀਂ ਰਿਹਾ? ਨਹੀਂ ਮਹਾਰਾਜ, ਇੱਕ ਰਹਿ ਗਿਆ ਉਹਨਾਂ ਦਾ ਮਹੰਤ।
ਕਹਿੰਦੇ ਚਲੋ ਸਾਧਾਂ ਦੀ ਜੜ ਰਹਿ ਗਈ। ਸਦਕੇ ਕਿਰਪਾਲ ਦਾਸ ਨੂੰ ਗੁਰਦੇਵ ਨੇ ਸਿਰੋਂ ਪਾਉ ਦੇ ਕੇ 500 ਰੁਪਈਆ ਦੇ ਕੇ ਕਿਹਾ, ਮਹਾਂਪੁਰਸ਼ੋ ਤੁਸੀਂ ਹੁਣ ਜਾਓ, ਤੁਸੀਂ ਰਹਿ ਗਏ, ਸਾਡਾ ਮਨ ਪ੍ਰਸੰਨ ਹੈ, ਪਰ ਜਾਓ ਜਾ ਕੇ ਆਪਣੇ ਚੇਲਿਆਂ ਨੂੰ ਸਾਂਭੋ। ਕਿਰਪਾਲ ਦਾਸ ਨੇ ਕਿਹਾ, ਨਹੀਂ ਮਹਾਰਾਜ, ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ, ਹੁਣ ਤੇ ਮੈਂ ਲੜਾਂਗਾ, ਮਰਾਂਗਾ। ਗੁਰੂ ਨੇ ਐਸਾ ਬਲ ਭਰਿਆ ਮੈਦਾਨੇ ਜੰਗ ਵਿੱਚ ਜਦੋਂ ਗਏ ਨੇ ਕਿਰਪਾਲ ਦਾਸ ਜੀ, ਕਿਰਪਾਲ ਕੁਤਕੂ ਸੰਭਾਰੀ, ਹਠੀ ਖਾਨ ਹਯਾਤ ਕੇ ਸੀਸ ਚਾੜੀ। ਹਯਾਤ ਖਾਨ ਦੇ ਸਿਰ ਵਿੱਚ ਲੂਣ ਘੋਟਣਾ ਮਾਰਿਆ। ਸਾਧ ਨੇ, ਜੜਾਵਾਂ ਵਾਲੇ ਸਾਧ ਨੇ, ਜਿਸ ਵੇਲੇ ਲੂਣ ਘੋਟਣਾ ਵੱਜਾ ਤੇ ਉਸੇ ਵੇਲੇ ਮਟਕੀ ਵਾਂਗੂ ਸਿਰ ਫਿਸ ਗਿਆ। ਗੁਰੂ ਦੀਆਂ ਬੇਅੰਤ ਰਹਿਮਤਾਂ ਹੋਈਆਂ, ਖੁਸ਼ੀਆਂ ਹੋਈਆਂ। ਸੋ ਹੋਰ ਜਿਹੜੇ ਬੰਦਗੀ ਵਾਲੇ ਲੋਕ ਗੁਰੂ ਦੇ ਚਰਨਾਂ ਵਿੱਚ ਬੈਠੇ ਨੇ ਤੇ ਬਾਹਰੋਂ ਆਏ ਹੋਏ ਜਗਿਆਸੂ ਸਾਰਿਆਂ ਨੂੰ ਸਾਂਝਾ ਉਪਦੇਸ਼ ਕਰਦੇ ਨੇ ਸਤਿਗੁਰੂ ਜੀ। ਸਾਧੋ ਮਨ ਕਾ ਮਾਨ ਤਿਆਗੋ। ਪਹਿਲੇ ਤੇ ਮਾਇਆ ਤਿਆਗਣੀ ਬੜੀ ਔਖੀ ਹੈ। ਕਹਿਣ ਮਾਤਰ ਤੇ ਅਸੀਂ ਰੋਜ਼ ਹੀ ਕਹਿੰਦੇ, ਹੈ ਸਤਿਗੁਰਾ ਤਨ ਮਨ ਧਨ ਸਭ ਕੁਝ ਤੇਰਾ, ਤੇ ਜੇ ਕੋਈ ਮੰਗ ਲਵੇ ਤੇ ਦੇਣ ਨੂੰ ਤਿਆਰ ਨਹੀਂ ਹੁੰਦੇ। ਆ ਪਿਛਲੀ ਵੀਕ ਦੇ ਅੰਦਰ ਹੀ ਇੱਕ ਬੜਾ ਤਕੜਾ ਗੁਰਸਿੱਖ ਦਾਸ ਨੂੰ ਘਰ ਲੈ ਕੇ ਗਿਆ। ਉਹਦੀ ਘਰਵਾਲੀ ਨੇ ਵੀ ਬੜੇ ਪਿਆਰ ਨਾਲ ਲੰਗਰ ਛਕਾਇਆ ਤੇ ਕਹਿਣ ਲੱਗੇ, ਜੀ ਸਾਨੂੰ ਨਾਮ ਦਾਨ ਬਖਸ਼ੋ। ਅਜੇ ਉਹਦੇ ਘਰ ਵਾਲਾ ਰੋਜ਼ 1:30 ਵਜੇ ਉੱਠਦਾ ਤੇ ਉੱਠ ਕੇ ਅਸਕਰ ਕੁਝ ਨਾ ਕੁਝ ਤੇ ਕਰਦਾ ਹੀ ਆ ਨਾ, ਨਾਮ ਜਪਦਾ ਹੀ ਆ, ਬਾਣੀ ਪੜ੍ਹਦਾ ਹੀ ਆ, ਪਰ ਫਿਰ ਵੀ ਲੋਕਾਂ ਦਾ ਇੱਕ ਐਸਾ ਸੁਭਾਅ ਜਿਹਾ ਬਣਿਆ ਹੋਇਆ ਵੀ ਜਿਹੜਾ ਆਵੇ ਉਹਦੇ ਤੋਂ ਕੁਝ ਨਾ ਕੁਝ ਮੰਗਣਾ। ਤੇ ਜਿਸ ਵੇਲੇ ਮੈਂ ਕਿਹਾ ਵੀ ਚੰਗਾ 1 ਮਹੀਨਾ ਫਿਰ ਚਲੋ ਸਾਡੇ ਨਾਲ ਹੀ ਚਲੇ ਚਲੋ, ਉੱਥੇ ਸੱਚਖੰਡ ਹਜ਼ੂਰ ਸਾਹਿਬ ਕਰ ਆਓ ਜਪ ਤਪ, ਨਾਲੇ ਕੋਈ ਸੇਵਾ ਟਹਿਲ ਕਰ ਆਓ, ਤੁਹਾਡੀ ਮਾਇਆ ਵੀ ਸਫਲ ਹੋਊ, ਤੁਹਾਡਾ ਤਨ ਵੀ, ਤੁਹਾਡਾ ਮਨ ਵੀ। ਇਹ 3 ਚੀਜ਼ਾਂ ਦੀ ਸ਼ਰਤ ਲਾਈ ਗੁਰੂ ਨੇ ਵੀ ਪਹਿਲਾਂ 3 ਚੀਜ਼ਾਂ ਮੈਨੂੰ ਦੇਣੀਆਂ ਪੈਣਗੀਆਂ, ਫਿਰ ਮੈਂ ਤੁਹਾਨੂੰ ਕੁਝ ਦੇਵਾਂਗਾ। ਤਾਂ ਫਿਰ ਅੱਗੋਂ ਕੋਈ ਹਾਂ ਵਿੱਚ ਜਵਾਬ ਨਹੀਂ। ਅੱਛਾ ਜੀ ਅਜੇ ਤੇ ਕੰਮਾਂ ਤੇ ਜਾਣੇ, ਜਦੋਂ ਵਿਹਲੇ ਹੋਵਾਂਗੇ ਉਦੋਂ ਆ ਜਾਵਾਂਗੇ। ਹੁਣ ਮਨੁੱਖ ਚਾਹੁੰਦਾ ਵੀ ਰੱਬ ਮਿਲ ਜਾਵੇ ਮੈਨੂੰ, ਪਰ ਜਦੋਂ ਮੈਂ ਵਿਹਲਾ ਹੋਊਂਗਾ ਉਦੋਂ ਇਸ ਬੰਨੇ ਲੱਗੂੰਗਾ। ਧਨ ਕਮਾਉਣ ਵਾਸਤੇ ਅਸੀਂ ਨਹੀਂ ਸੋਚਦੇ ਵੀ ਜਦੋਂ ਵਿਹਲੇ ਹੋਵਾਂਗੇ ਉਦੋਂ ਕੰਮ ਕਰ ਲਵਾਂਗੇ। ਉਦੋਂ ਅਸੀਂ ਹੋਰ ਕੰਮ ਛੱਡ ਕੇ ਤੇ ਆਪਣੇ ਸਮੇਂ ਸਿਰ ਜਾ ਕੇ ਡਿਊਟੀ ਤੇ ਹਾਜ਼ਰ ਹੁੰਦੇ ਹਾਂ, ਤਾਂ ਜਾ ਕੇ 4 ਕੌਡੀਆਂ ਮਿਲਦੀਆਂ ਨੇ। ਗੁਰੂ ਨਾਨਕ ਸਾਹਿਬ ਜੀ ਨੇ ਤੇ ਸਾਨੂੰ ਬੜਾ ਸੌਖਾ ਰਾਹ ਦੱਸਿਆ। ਕੋਈ ਤੁਰੇ ਜਾਂ ਨਾ ਤੁਰੇ, ਘਰ ਵਿੱਚ ਰਹਿੰਦਿਆਂ ਕੰਮਕਾਰ ਕਰਦਿਆਂ 24 ਘੰਟਿਆਂ ਦੇ ਸਮੇਂ ਵਿੱਚੋਂ ਕੁਝ ਸਮਾਂ ਗੁਰੂ ਪਰਮੇਸ਼ਰ ਦੇ ਨਿਮਿਤ ਕੱਢਣਾ। ਜਿਵੇਂ ਤੁਸੀਂ ਸਾਧ ਸੰਗਤ ਵਿੱਚ ਹੀ ਆਉਂਦੇ ਹੋ, ਇਹ ਸਾਰਿਆਂ ਤੋਂ ਪਹਿਲਾ ਲੈਸਨ ਹੈ। ਜਿਹੜਾ ਸਿੱਖ ਸੰਗਤ ਹੀ ਨਹੀਂ ਕਰਦਾ ਉਹਨੂੰ ਕੀ ਸੋਝੀ ਪੈਣੀ ਪਰਮਾਰਥ ਦੀ ਤੇ ਗੁਰੂ ਦੀ। ਇਸ ਕਰਕੇ ਜਿੰਨੇ ਗੁਰਦੁਆਰੇ ਧਰਮਸ਼ਾਲਾ ਗੁਰੂ ਜੀ ਨੇ ਬਣਵਾਈਆਂ, ਉਹ ਇਸ ਵਾਸਤੇ ਬਣਾਈਆਂ ਕਿ ਇੱਥੇ ਸਾਧ ਸੰਗਤ ਹੋਵੇ, ਕਥਾ ਅਤੇ ਕੀਰਤਨ। 2 ਸਾਧਨ ਹਨ ਸ਼੍ਰੋਮਣੀ ਪ੍ਰਭੂ ਦੇ ਮਿਲਾਪ ਦੇ, ਜਿਨ੍ਹਾਂ ਵਿੱਚ ਕਥਾ ਇੱਕ ਭਗਤੀ ਹੈ, ਇੱਕ ਕੀਰਤਨ ਹੈ। ਅਗਾਂਹ ਜਾ ਕੇ ਦੋਵੇਂ ਇਕੱਠੇ ਹੋ ਜਾਂਦੇ ਨੇ, ਕੀਰਤਨ ਭਗਤੀ। ਕੀਰਤਨ ਭਗਤੀ ਵਿੱਚ ਕੀਰਤਨ ਵੀ ਆ ਜਾਂਦਾ, ਕਥਾ ਵੀ ਆ ਜਾਂਦੀ ਹੈ। ਪ੍ਰਭੂ ਦੀ ਕੀਰਤੀ ਗਾਉਣੀ ਹੈ, ਕਿਸੇ ਵੀ ਢੰਗ ਨਾਲ ਗਾਓ। ਕੀਰਤੀ ਕਰਦਿਆਂ ਕਰਦਿਆਂ ਪ੍ਰਮਾਤਮਾ ਰੀਝਦਾ ਹੈ, ਉਹ ਹੋਰ ਕਿਸੇ ਗੱਲ ਤੇ ਰੀਝਦਾ ਹੀ ਨਹੀਂ। ਪ੍ਰਭੂ ਦੀ ਪ੍ਰਸੰਨਤਾ ਕੇਵਲ ਉਸ ਦੀ ਅਰਾਧਨਾ ਕਰਨ ਨਾਲ, ਉਸ ਦੀ ਸੇਵਾ ਟਹਿਲ ਕਰਨ ਨਾਲ, ਉਸ ਦਾ ਨਾਮ ਜਪਣ ਨਾਲ, ਉਸ ਦੀ ਮਹਿਮਾ ਗਾਉਣ ਨਾਲ ਹੁੰਦੀ ਹੈ। ਮਹਿਮਾ ਗਾਉਂਦਿਆਂ ਗਾਉਂਦਿਆਂ ਸਾਨੂੰ ਮਾਣ ਵੀ ਆ ਜਾਂਦਾ ਵੀ ਮੇਰੇ ਵਰਗਾ ਸਿੱਖ ਕਿਹੜਾ ਹੈ। ਤਾਂ ਸਤਿਗੁਰੂ ਜੀ ਉਹਨਾਂ ਸਾਧਾਂ ਨੂੰ ਵੇਖ ਕੇ ਉਪਦੇਸ਼ ਦਿੰਦੇ ਵੀ ਘਰ-ਬਾਰ ਤੇ ਇਹਨਾਂ ਨੇ ਛੱਡਿਆ ਹੋਇਆ, ਧੀਆਂ ਪੁੱਤਾਂ ਦੇ ਤੇ ਮੱਥੇ ਨਹੀਂ ਲੱਗੇ ਜਦੋਂ ਦੇ ਆ ਗਏ ਨੇ। ਮਾਇਆ ਨੂੰ ਵੀ ਹੱਥ ਨਹੀਂ ਲਾਉਂਦੇ, ਬਹੁਤੇ ਅਤੀਤ ਹੀ ਸਦਾਉਂਦੇ ਨੇ। ਵਿਰਕਤ ਹਨ ਵੀ ਸਾਡਾ ਕੋਈ ਕੰਮ ਹੀ ਨਹੀਂ ਮਾਇਆ ਨਾਲ,
ਕਈ ਐਸੇ ਮਹਾਤਮਾ ਅੱਜ ਵੀ ਨੇ ਜਿਹੜੇ ਧਨ ਨੂੰ ਹੱਥ ਨਹੀਂ ਲਾਉਂਦੇ, ਪਰ ਉਹ ਕਹਿੰਦੇ ਵੀ ਤੁਸੀਂ ਜੀ ਐਡਰੈਸ ਲੈ ਲਓ, ਸਾਡੇ ਕੋਲ ਸਿੱਧੀ ਮਾਇਆ ਭੇਜ ਦਿਓ। ਉਹਨਾਂ ਨੂੰ ਅਸੀਂ ਬਹੁਤ ਧਨ ਦਿੰਦੇ ਹਾਂ। ਪਿਛਲੀ ਵਾਰ ਕਨੇਡਾ ਇੱਕ ਮਹਾਂਪੁਰਸ਼ ਮਿਲੇ, ਉਹਨਾਂ ਨੇ ਸਟੇਜ 'ਤੇ ਕਥਾ ਵੀ ਕੀਤੀ। ਉਹਨਾਂ ਨੂੰ ਕੋਈ 30-40 ਪਾਉਂਡ ਹੋਏ ਅਤੇ ਉਸੇ ਵੇਲੇ ਸੈਕਟਰੀ ਨੇ ਐਲਾਨ ਕੀਤਾ ਵੀ ਕੱਲ੍ਹ ਨੂੰ ਗੁਰੂ ਦੇ ਲੰਗਰ ਲਈ ਕੋਈ ਸਿੰਘ ਉੱਠੇ। ਉਹ ਸੰਤਾਂ ਨੇ ਕਿਹਾ ਚੁੱਕ ਲਓ, ਜਿਹੜੇ ਸਾਨੂੰ ਮਾਇਆ ਹੀ ਲੰਗਰ 'ਚ ਪਾ ਦਿਓ। ਉਸੇ ਵੇਲੇ ਲੋਕੀ ਕੋਈ 10 ਕੋਈ 20 ਤੁਰੇ ਜਾਂਦੇ ਹਨ। ਉਹਨਾਂ ਨੇ ਉਹ ਵੀ ਸਾਰੇ ਵੰਡ ਦਿੱਤੇ।